Subscribe to our YouTube channel. Press the bell icon to get the latest updates. कांग्रेस ਦਾ ਪ੍ਰਧਾਨ ਇਲੈਕਸ਼ਨ ਲੜ ਰਿਹਾ ਹੋਵੇ ਉਹ ਸ਼ਹਿਰ ਦੇ ਹਾਲਾਤ ਹੋਣ ਤੇ ਫੇਰ ਸਾਥ ਸੰਗਤ ਜੀ ਉਹ ਵੋਟ ਦੇ ਕਦੇ ਹੱਕਦਾਰ ਨਹੀਂ ਹੈ। ਹਾਲ ਵੇਖ ਲਓ 18 ਸਾਲਾਂ ਚ ਕਿੰਨੀ ਵਾਰੀ ਤੁਹਾਡੇ ਮੁਹੱਲੇ ਆਏ ਹੋਣੇ, ਕਦੇ ਕਿਸੇ ਦੇ ਸੁੱਖ ਚ ਕਦੇ ਕਿਸੇ ਦੇ ਦੁੱਖ ਚ ਕਦੇ ਨਹੀਂ ਪਹੁੰਚੇ, ਕਦੇ ਫੋਨ ਨਹੀਂ ਚੁੱਕਣਾ। ਜੇ ਹਲਕੇ ਦਾ ਐਮਐਲਏ ਜੇ ਆਵੇ ਨਾ ਤੇ ਸਾਧ ਸੰਗਤ ਜੀ ਉਹਨੇ ਤੁਹਾਡੇ ਮਸਲੇ ਹੱਲ ਕਿਵੇਂ ਕਰਨੇ? ਕਿਸੇ ਕੰਨ ਚੋਂ ਸੁਣੋਗੇ, ਕੋਈ ਦਿਮਾਗ ਦੇ ਖਾਨੇ 'ਚ ਗੱਲ ਪਾਊਗੀ, ਫੇਰ ਹੀ ਲੋਕਾਂ ਦੇ ਮਸਲੇ ਹੱਲ ਕੀਤੇ ਜਾ ਸਕਦੇ। ਅੱਜ ਇਸ ਹਲਕੇ 'ਚ ਬੁਰਾ ਹਾਲ ਆ, ਟੂਟੀ ਪਾਈ ਪਾਣੀ ਦੀ ਖੋਲੋ ਦੇ ਵਿੱਚ ਸੀਵਰੇਜ ਵਾਲਾ ਪਾਣੀ ਤੁਰਿਆ ਆਉਂਦਾ। ਸੀਵਰੇਜ ਦਾ, ਬਿਜਲੀ ਦਾ, ਪਾਣੀ ਦਾ, ਸੜਕ ਦਾ, ਨਾਲੇ ਦਾ, ਹਰ ਚੀਜ਼ ਦੇ ਮਾੜੇ ਪ੍ਰਬੰਧ ਹੋ ਗਏ। ਔਰ 18 ਸਾਲਾਂ 'ਚ ਸਿੱਧੂ ਸਾਹਿਬ ਜੇ ਤੁਸੀਂ ਸੁਧਾਰ ਨਹੀਂ ਨਾ ਕਰ ਸਕੇ, ਤੁਸੀਂ ਕਦੇ ਵੀ ਸੁਧਾਰ ਨਹੀਂ ਕਰ ਸਕਦੇ। ਨੀਅਤ ਹੀ ਨਹੀਂ ਤੁਹਾਡੀ ਚੰਗੀ, ਸੋਚ ਹੀ ਨਹੀਂ ਚੰਗੀ, ਤੁਹਾਡੇ ਦਰਵਾਜ਼ੇ ਲੋਕਾਂ ਲਈ ਸਦਾ ਬੰਦ। ਅੱਜ ਇਹੀ ਕਾਰਨ ਹੈ ਕਿ ਲੋਕ ਆਪਣੇ ਦਰਵਾਜ਼ੇ ਤੁਹਾਡੇ ਲਈ ਬੰਦ ਕਰਦੇ ਜਾਂਦੇ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, 17 'ਚ ਇਲੈਕਸ਼ਨ ਹੋਈ ਸੀ, 17 ਤੋਂ ਅੱਜ 22 ਹੋ ਗਈ ਆ। ਸਿੱਧੂ ਸਾਹਿਬ ਦੇ ਕਦੇ ਦਰਸ਼ਨ ਹੋਏ? ਕਦੇ ਆਏ ਜੀ ਤੁਹਾਡੇ ਬਾਜ਼ਾਰ ਤੇ? ਅੱਜ ਵੀ ਮੌਕਾ ਆਇਆ ਇਸ ਹਲਕੇ ਨੂੰ ਉਹਨਾਂ ਤੋਂ ਅੱਜ ਆਜ਼ਾਦੀ ਦਿਵਾਉਣ ਦਾ। ਆਜ਼ਾਦੀ ਹੋ ਗਈ। ਜੋ ਸਿੱਧੂ ਸਾਹਿਬ ਦੇ ਹਾਲਾਤ ਨੇ ਉਹ ਤੀਜੇ ਨੰਬਰ ਤੇ ਜਾ ਰਹੇ ਆ। ਔਰ ਜਾਣ ਦਾ ਕਾਰਨ ਕੀ ਹੈ? ਵਾਅਦਾ ਕੀਤਾ ਸੀ 17 'ਚ ਘਰ ਘਰ ਨੌਕਰੀ, ਕਿਸੇ ਨੂੰ ਮਿਲੀ ਜੀ? ਨੌਕਰੀ ਤਾਂ ਕੀ ਮਿਲਣੀ ਸੀ, ਕਈਆਂ ਨੂੰ ਕੁੱਟ ਜ਼ਰੂਰ ਪੈ ਗਈ ਨੌਕਰੀ ਦੇ ਨਾਂ ਤੇ। ਨੌਕਰੀ ਕਰਜ਼ਾ ਮਾਫੀ ਦਾ ਦੂਜਾ ਵਾਅਦਾ ਉਹ ਨਹੀਂ ਪੂਰਾ ਹੋਇਆ। ਪੈਨਸ਼ਨਾਂ ਦਾ ਵਾਅਦਾ, ਕਿੰਨਿਆਂ ਦੀ ਪੈਨਸ਼ਨਾਂ ਕੱਟੀਆਂ ਗਈਆਂ, ਕਦੇ ਸਿੱਧੂ ਸਾਹਿਬ ਨੇ ਸਾਥ ਨਹੀਂ ਲਿਆ। ਰਾਸ਼ਨ ਦੇ ਕਾਰਡ ਮੇਰੇ ਹਲਕੇ 'ਚ ਜਾ ਕੇ ਵੇਖੋ, ਅਸੀਂ 90% ਲੋਕਾਂ ਦੇ ਬਣਾਏ ਸੀ। ਜਿਸ ਦਿਨ ਦੀ ਕਾਂਗਰਸ ਦੀ ਸਰਕਾਰ ਆਈ ਕਈਆਂ ਦੇ ਕਾਰਡ ਕੱਟੇ ਗਏ, ਮਗਰ ਮੈਂ ਇੱਥੇ ਵੇਖ ਰਿਹਾ ਇੱਥੇ ਤਾਂ ਰਾਜ ਕਾਂਗਰਸ ਦਾ ਸੀ, ਇੱਥੇ ਤਾਂ ਕਈਆਂ ਦੇ ਕਾਰਡ ਬਣੇ ਨਹੀਂ। ਇਸ ਲਈ ਮੇਰੇ ਵੀਰੋ, ਨਾ ਪੈਨਸ਼ਨ ਆਈ, ਨਾ ਸ਼ਗਨ ਸਕੀਮ ਆਇਆ, ਨਾ ਰਾਸ਼ਨ ਦੇ ਕਾਰਡ ਬਣੇ। ਔਰ ਬਿਜਲੀ ਦੇ ਬਿੱਲ ਹਜ਼ਾਰਾਂ ਲੱਖਾਂ ਰੁਪਈਆ 'ਚ ਲੋਕਾਂ ਨੂੰ ਬਿੱਲ ਆਉਣੇ ਸ਼ੁਰੂ ਹੋ ਗਏ, ਜੁਰਮਾਨੇ ਬਿਜਲੀ ਦੇ। ਇਸ ਲਈ ਮੈਂ ਲੰਮਾ ਚੌੜੀ ਗੱਲ ਕਰਨ ਵਾਸਤੇ ਨਹੀਂ, ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਆਇਆ। ਜਦੋਂ ਅਸੀਂ ਸਰਕਾਰ ਛੱਡੀ ਸੀ ਉਦੋਂ 5 ਰੁਪਏ ਯੂਨਿਟ ਬਿਜਲੀ ਦੇ ਹੁੰਦੇ ਸੀ, ਅੱਜ 10 ਰੁਪਏ ਕਾਂਗਰਸ ਨੇ ਕਰਤੇ। ਜੇ ਤੁਸੀਂ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ ਤੇ ਵੋਟ ਤੱਕੜੀ ਨੂੰ, ਜਾਂ ਜਿਹਨੂੰ ਆਪਾਂ ਤਰਾਜੂ ਕਹਿ ਦਿੰਦੇ ਤੱਕੜੀ, ਉਹਨੂੰ ਪਾਉਣੀ ਪੈਣੀ ਹੈ ਵੋਟ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਪੈਨਸ਼ਨ ਮੁੜ ਬਹਾਲ ਹੋਵੇ, ਔਰ ਹੁਣ ਪੈਨਸ਼ਨ 3100 ਰੁਪਈਆ ਬਾਦਲ ਸਾਹਿਬ ਨੇ ਮਹਿੰਗਾਈ ਨੂੰ ਮੁੱਖ ਰੱਖਦਿਆਂ ਇਹਦਾ ਵਾਅਦਾ ਕੀਤਾ, ਵੋਟ ਤੱਕੜੀ ਨੂੰ ਪਾਉਣੀ ਪੈਣੀ। ਜੇ ਅਸੀਂ ਚਾਹੁੰਦੇ ਹਾਂ ਰੁਜ਼ਗਾਰ ਦਾ ਪ੍ਰਬੰਧ ਹੋਵੇ ਤੇ ਰੁਜ਼ਗਾਰ ਦੇ ਪ੍ਰਬੰਧ ਨੂੰ ਵੀ ਠੀਕ ਕਰਨ ਵਾਸਤੇ ਵੋਟ ਤੱਕੜੀ ਨੂੰ ਪਾਉਣੀ ਪੈਣੀ। ਇਸੇ ਤਰ੍ਹਾਂ ਜੇ ਅਸੀਂ ਇਲਾਕੇ ਦੀ ਡਿਵੈਲਪਮੈਂਟ ਚਾਹੁੰਦੇ ਹਾਂ, ਵਿਕਾਸ ਚਾਹੁੰਦੇ ਹਾਂ, ਬਿਜਲੀ ਦੇ ਪ੍ਰਬੰਧ ਸਹੀ ਕਰਨਾ ਚਾਹੁੰਦੇ ਹਾਂ, ਪਾਣੀ ਸੀਵਰੇਜ ਦੇ ਪ੍ਰਬੰਧ ਸਹੀ ਕਰਨਾ ਚਾਹੁੰਦੇ ਹਾਂ, ਤੇ ਵੋਟ ਤੱਕੜੀ ਨੂੰ ਪਾਉਣੀ ਪੈਣੀ। ਇਸੇ ਤਰ੍ਹਾਂ ਸ਼ਗਨ ਸਕੀਮ ਦਾ ਇਹ ਫੈਸਲਾ ਹੋਇਆ ਕਿ ਮਹਿੰਗਾਈ ਨੂੰ ਮੁੱਖ ਰੱਖਦਿਆਂ ਸ਼ਗਨ ਸਕੀਮ ਹੁਣ 75,000 ਰੁਪਈਆ ਕੀਤੀ ਜਾਊਗੀ। ਬਿਜਲੀ ਦੇ ਬਿੱਲ ਬਾਦਲ ਸਾਹਿਬ ਨੇ ਪਹਿਲਾਂ 200 ਯੂਨਿਟ ਮਾਫ ਕੀਤਾ ਸੀ, ਹੁਣ ਇਹ ਫੈਸਲਾ ਹੋਇਆ ਸਰਕਾਰ ਜਿਸ ਦਿਨ ਤੁਸੀਂ ਬਣਾਉਂਦੇ ਹੋ 400 ਯੂਨਿਟ ਪ੍ਰਤੀ ਮਹੀਨਾ, ਜਿੱਥੇ ਬਿਜਲੀ ਮਾਫ ਹੋਊਗੀ, ਮਤਲਬ 800 ਯੂਨਿਟ 2 ਮਹੀਨੇ ਦੇ ਅੰਦਰ ਅੰਦਰ ਮਾਫ ਹੋ ਕੇ ਆਇਆ ਕਰੂਗਾ। ਉਸ ਤੋਂ ਬਾਅਦ ਕੋਈ ਯੂਨਿਟ ਵਰਤਿਆ ਗਿਆ ਤੇ ਬਿੱਲ ਲੱਗੂਗਾ, ਨਹੀਂ ਤਾਂ ਬਿੱਲ ਨਹੀਂ ਲੱਗੂਗਾ। ਮਗਰ ਉਹਦੇ ਵਾਸਤੇ ਵੀ ਵੋਟ ਤੱਕੜੀ ਨੂੰ ਪਾਉਣੀ ਪੈਣੀ ਹੈ। ਇਸ ਲਈ ਬੱਚਿਆਂ ਦੀ ਪੜ੍ਹਾਈ ਵਾਸਤੇ ਦੇਖੋ, ਅੱਜ ਕੱਲ ਤਾਂ ਬੈਂਕ ਵੀ, ਕਿਸੇ ਨੇ ਡਾਕਟਰੀ ਦਾ ਕੋਰਸ ਕਰਨਾ ਹੈ, ਕਾਲਜ ਕਰਨਾ ਹੈ, ਜਾਂ ਕਿਸੇ ਨੇ ਆਈਲੈਟਸ ਕਰਨੀ ਹੈ, ਯੂਨੀਵਰਸਿਟੀ ਜਾਣਾ, ਬੈਂਕ ਵੀ ਲੋਨ ਵਿਆਜ ਤੋਂ ਬਗੈਰ ਨਹੀਂ ਦਿੰਦਾ, ਵਿਆਜ ਲੈਂਦਾ। ਇਹ ਪਹਿਲੀ ਵਾਰੀ ਫੈਸਲਾ ਹੋਇਆ ਕਿ ਵਿਆਜ ਸਰਕਾਰ ਦਊਗੀ,
10 ਲੱਖ तक ਦਾ ਲੋਨ ਬੱਚਿਆਂ ਦੀ ਪੜ੍ਹਾਈ ਵਾਸਤੇ, ਜਿਹਨੇ ਕਾਲਜ ਯੂਨੀਵਰਸਿਟੀ ਜਾਣਾ ਉਹ ਲੋਨ ਮਿਲੂਗਾ ਵਿਆਜ ਮੁਕਤ। ਜਦ ਬੱਚੇ ਨੂੰ ਨੌਕਰੀ ਲੱਗ ਜੂਗੀ ਪੜ੍ਹਨ ਤੋਂ ਬਾਅਦ 15 ਸਾਲਾਂ 'ਚ ਉਹਨੇ ਬਹੁਤ ਛੋਟੀ ਕਿਸ਼ਤਾਂ 'ਚ ਉਹ ਪੈਸੇ ਮੋੜਨੇ ਆ। ਇਸ ਲਈ ਪਹਿਲੀ ਵਾਰੀ ਹੋ ਰਿਹਾ ਕਿ ਵਿਆਜ ਮੁਕਤ ਲੋਨ ਬੱਚਿਆਂ ਦੀ ਪੜ੍ਹਾਈ ਵਾਸਤੇ ਸਰਕਾਰ ਦੇ ਰਹੀ ਹੈ। ਤੁਹਾਨੂੰ ਕੋਈ ਵਿਆਜ ਨਹੀਂ ਪਊਗਾ। ਜਦੋਂ ਤਨਖਾਹ ਲੱਗ ਗਈ 15 ਸਾਲ 'ਚ ਉਹ ਪੈਸੇ ਮੋੜਨੇ। ਇਸੇ ਤਰ੍ਹਾਂ 10 ਲੱਖ ਤੱਕ ਦਾ ਇੰਸ਼ੋਰੈਂਸ ਬੀਮਾ, ਜਿਹਦੇ ਪੈਸੇ ਸਰਕਾਰ ਦੇਊਗੀ, ਜਿਹਦਾ ਇਲਾਜ ਤੁਸੀਂ ਸਰਕਾਰੀ ਕੰਮ ਪ੍ਰਾਈਵੇਟ ਹਸਪਤਾਲਾਂ 'ਚ ਆਪਦਾ ਕਰਾ ਸਕਦੇ ਹੋ। ਔਰ ਮੈਂ ਸਮਝ ਸਕਦਾ ਕਿ ਸਰਕਾਰੀ ਹਸਪਤਾਲਾਂ ਦਾ ਔਰ ਸਰਕਾਰੀ ਸਕੂਲਾਂ ਦੇ ਵੀ ਹਾਲਾਤ ਸੁਧਾਰਨ ਦੀ ਲੋੜ ਹੈ। ਜਿਹੜੇ ਪਿਛਲੇ 18 ਸਾਲਾਂ 'ਚ ਸਿੱਧੂ ਸਾਹਿਬ ਨੇ ਉਹਦੇ 'ਚ ਕੋਈ ਤਬਦੀਲੀ ਨਹੀਂ ਲਿਆਈ। ਔਰ ਇਹ ਵੀ ਫੈਸਲਾ ਹੋਇਆ ਕਿ ਮਹਿੰਗਾਈ ਦੀ ਮਾਰ ਨੂੰ ਵੇਖਦਿਆਂ ਜਿਹੜੀ ਘਰ ਚਲਾਉਣ ਵਾਲੀ ਸਾਡੀ ਧੀ ਭੈਣ ਹੈ, ਉਹਨਾਂ ਦੇ ਖਾਤੇ 'ਚ 2000 ਰੁਪਇਆ ਪ੍ਰਤੀ ਮਹੀਨਾ ਘਰ ਦੇ ਖਰਚ ਵਾਸਤੇ ਵੀ ਇਹ ਵੋਟ ਤੱਕੜੀ ਨੂੰ ਪਊਗੀ ਜੇ ਤੁਹਾਡੇ ਕੋਲ ਆਉਣੀ ਆ। ਇਸ ਲਈ ਕਈ ਇਹ ਜਿਹੀਆਂ ਸੁੱਖ ਸਹੂਲਤਾਂ ਨੇ। 50% ਰਾਖਵਾਂਕਰਨ ਬੇਟੀਆਂ ਦੀ ਜੌਬ ਵਾਸਤੇ ਵੀ ਰੱਖਿਆ ਜਾਊਗਾ। ਜਿਹੜਾ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਜਾਂਦਾ ਹੈ 33% ਸੀਟ ਯੂਨੀਵਰਸਿਟੀ 'ਚ, ਪ੍ਰਾਈਵੇਟ ਕਾਲਜ 'ਚ, ਉੱਥੇ ਸਾਰਿਆਂ 'ਚ 33% ਸੀਟਾਂ ਸਰਕਾਰੀ ਸਕੂਲਾਂ ਤੋਂ ਪੜ੍ਹਨ ਵਾਲੇ ਬੱਚਿਆਂ ਦੇ ਵਾਸਤੇ ਰਾਖਵਾਂਕਰਨ ਕੀਤਾ ਜਾਊਗਾ ਕਿ ਉਹਨਾਂ ਨੂੰ ਵੀ ਇਕੁਅਲ ਓਪਰਚੁਨਿਟੀ ਮਿਲ ਜਾਏ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਪੜ੍ਹ ਕੇ ਆਉਂਦੇ। ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਉਹਨਾਂ ਦੇ ਨੰਬਰ ਘੱਟ ਰਹਿ ਜਾਂਦੇ। ਇਸ ਲਈ ਉਹਨਾਂ ਲਈ ਇਹ ਰਿਜ਼ਰਵੇਸ਼ਨ ਦਾ ਮਕਸਦ ਬਣਾਇਆ। ਇਸੇ ਤਰ੍ਹਾਂ ਹੋਰ ਵੀ ਕਈ ਫੈਸਲੇ ਨੇ। ਮੈਂ ਤੁਹਾਨੂੰ ਹਾਂਜੀ ਬਿਜਲੀ ਦੀ ਮੈਂ ਪਹਿਲਾਂ ਮੈਂ ਗੱਲ ਕਰ ਚੁੱਕਿਆ। ਸਿੱਧੂ ਸਾਹਿਬ ਕਿਸੇ ਬਾਜ਼ਾਰ 'ਚ ਆਉਣਗੇ ਨਾ ਫੇਰ ਹੀ ਮੁਸ਼ਕਿਲ ਸਮਝ ਆਊਗੀ। ਆ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਘਰਾਂ ਦੇ ਵਿੱਚੋਂ ਲੰਘਦੀ ਆ। ਕੋਈ ਮਾੜਾ ਜਿਹਾ ਕੱਪੜਾ ਜਾਂ ਗਲਤੀ ਨਾਲ ਕੋਈ ਹੱਥ ਵੱਜ ਜੇ, ਡੰਡਾ ਵੱਜੇ, ਉਦੋਂ ਹੀ ਕਰੰਟ ਲੱਗ ਕੇ ਬੰਦੇ ਦਾ ਨੁਕਸਾਨ ਹੋ ਜਾਂਦਾ। ਇਸ ਲਈ ਮੈਂ ਸਮਝ ਸਕਦਾ ਮੈਨੂੰ ਇੱਕ ਇਲਾਕਾ ਇਹੋ ਜਿਹਾ ਨਹੀਂ ਮਿਲਿਆ ਜਿੱਥੇ ਮੈਂ ਕਹਿ ਸਕਦਾ ਕਿ ਸਿੱਧੂ ਜੋੜੇ ਨੇ 18 ਸਾਲਾਂ 'ਚ ਕੋਈ ਕੰਮ ਕਰਾਇਆ ਹੋਵੇ ਕਿ ਫਲਾਣਾ ਕੰਮ ਉਹਨਾਂ ਨੇ ਮੁਕੰਮਲ ਕਰਤਾ। ਨਾ ਸੁੱਖ 'ਚ, ਨਾ ਦੁੱਖ 'ਚ, ਨਾ ਡਿਵੈਲਪਮੈਂਟ 'ਚ, ਨਾ ਸੁੱਖ ਸਹੂਲਤ 'ਚ। ਤੇ ਭਰਾਵੋ, ਜਿਹੜਾ ਕਿਸੇ ਦਾ ਕੰਮ ਨਹੀਂ ਨਾ ਆਵੇ, ਜਿਹੜਾ ਆਪਦੀ ਭੈਣ ਦਾ ਨਹੀਂ ਬਣਿਆ, ਉਹ ਕਿਸੇ ਦਾ ਨਹੀਂ ਬਣ ਸਕਦਾ। ਇਸ ਲਈ ਤੁਹਾਨੂੰ ਸਭ ਨੂੰ ਮੈਂ ਵਿਸ਼ਵਾਸ ਦਵਾ ਕੇ ਚੱਲਿਆ। ਮੈਂ ਤਾਂ ਪਹਿਲੀ ਵਾਰੀ ਤੁਹਾਡੇ ਇਲਾਕੇ 'ਚ ਅੱਜ ਆਇਆ ਕਿਉਂਕਿ ਜਿਸ ਇਲਾਕੇ ਤੋਂ ਮੈਂ ਲੜਦਾ ਰਿਹਾ ਇਲੈਕਸ਼ਨ, ਉਹਨਾਂ ਨੇ ਹਮੇਸ਼ਾ ਮੈਨੂੰ ਬੜਾ ਮਾਣ ਬਖਸ਼ਿਆ ਔਰ ਤੁਹਾਨੂੰ ਬੜੀਆਂ ਆਸਾਂ ਨੇ ਮੇਰੇ ਕੋਲੋਂ। ਇੱਕ ਮੌਕਾ ਦਿਓ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਨਾਲ ਕਹਿ ਕੇ ਚੱਲਿਆ, ਮੇਰੇ ਇਲਾਕੇ ਵਾਲੇ ਮੇਰੇ ਤੇ ਮਾਣ ਕਰਦੇ ਆ ਕਿ ਮਜੀਠੀਆ ਹਮੇਸ਼ਾ ਲੋਕਾਂ ਲਈ ਅਵੇਲੇਬਲ ਰਹਿੰਦਾ, ਲੋਕਾਂ ਦੇ ਸੁੱਖ ਦੁੱਖ 'ਚ ਹਾਜ਼ਰ ਰਹਿੰਦਾ ਔਰ ਡਿਵੈਲਪਮੈਂਟ ਦੇ ਕੰਮ, ਤਰੱਕੀ ਦੇ ਕੰਮ, ਲੋਕਾਂ ਦੇ ਸੁੱਖ ਸਹੂਲਤਾਂ ਦੇ ਕੰਮ ਪਹਿਲ ਤੇ ਕਰਾਉਂਦਾ। ਮੈਂ ਸਿੱਧੂ ਸਾਹਿਬ ਵਾਂਗੂ ਨਹੀਂ ਕਿ ਜਦੋਂ ਇਲੈਕਸ਼ਨ ਆਈ ਆ ਅੱਜ ਆਪ ਦਾ ਮੋਬਾਈਲ ਨੰਬਰ ਜਾਰੀ ਕਰ ਰਹੇ ਆ। ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ, ਸਾਹਿਬ ਇਹ ਤੁਹਾਨੂੰ ਤਾਂ 18 ਸਾਲ ਹੋ ਗਏ MP ਬਣਦਿਆਂ ਨੂੰ, ਵਕੀਲ ਬਣਦਿਆਂ ਨੂੰ, ਮਿਨਿਸਟਰ ਬਣਦਿਆਂ ਨੂੰ, ਫੋਨ ਨੰਬਰ ਅੱਜ ਦੇਣ ਲੱਗੇ ਹੋ। ਅੱਜ ਲੋਕ ਤੇਰਾ ਨੰਬਰ ਨਹੀਂ ਚਾਹੁੰਦੇ। ਇਸ ਲਈ ਹੁਣ ਤਾਂ ਇਹੀ ਗੀਤ ਉੱਥੇ ਸਿੱਧੂ ਦੇ ਘਰ ਸੁਣਨ ਨੂੰ ਮਿਲਦਾ, ਸਿੱਲੀ ਸਿੱਲੀ ਆਉਂਦੀ ਆ ਹਵਾ, ਕਿੱਥੇ ਕੋਈ ਰੋਂਦਾ ਹੋਵੇਗਾ। ਅਸੀਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਔਰ ਇਹ ਹਾਲਾਤਾਂ 'ਚ ਉਹੀ ਹਾਲ ਹੈ ਕਿ ਜਿਹੜੇ ਇੱਕ ਗੀਤ ਹੋਰ ਮੇਰੇ ਚੇਤੇ ਆਉਂਦਾ ਹੈ, ਕਹਿੰਦੇ ਨਾ ਮੈਂ ਮਾਪਿਆਂ ਦੀ, ਨਾ ਮੈਨੂੰ ਮਾਪਿਆਂ ਨੇ ਰੱਖੀ, ਨਾ ਮੈਂ ਸਹੁਰਿਆਂ ਦੀ ਹੋਈ, ਜਿੰਨਾ ਜ਼ਿੰਦਗੀ ਵਿੱਚ ਹੱਸੀ ਉਨੀ ਇਲੈਕਸ਼ਨਾਂ ਵੇਲੇ ਰੋਈ। ਸਿੱਧੂ ਸਾਹਿਬ ਤੁਹਾਡਾ ਤਾਂ ਉਹ ਹਾਲ ਬਣੇ ਪਏ ਆ ਕਿਸੇ ਦੇ ਸੁੱਖ ਦੁੱਖ 'ਚ ਧਿਆਨ ਦਿੱਤਾ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ, ਲੋਕ ਤੁਹਾਨੂੰ ਹੱਥਾਂ ਤੇ ਬਿਠਾਉਂਦੇ। ਇਸ ਲਈ ਭਰਾਵੋ ਪੈਰਾਂ ਲਾ ਕੇ ਰੱਖਿਓ। ਚੋਣ ਨਿਸ਼ਾਨ, ਚੋਣ ਨਿਸ਼ਾਨ। ਆ ਮੇਰੀਆਂ ਭੈਣਾਂ ਨਹੀਂ ਬੋਲਦੀਆਂ, ਫਿਰ ਜੇ 2 ਲੱਖ ਰੁਪਇਆ ਬਿੱਲ ਆ ਗਿਆ ਫਿਰ ਮੈਨੂੰ ਨਾ ਕਹਿ ਦਿਓ। ਸਵਾਰੀ ਆਪਦੇ ਸਮਾਨ ਲਈ ਆਪ ਹੀ ਜ਼ਿੰਮੇਵਾਰ ਹੈ, ਕਿ ਰੱਬ ਨੇ ਨਹੀਂ ਉੱਤੇ ਆਉਣਾ, ਰੱਬ ਨੇ ਬੰਦੇ ਨੇ ਭੇਜਣੇ
ਔਰ ਤੁਸੀਂ ਰੱਬ ਦਾ ਰੂਪ ਹੋ, ਚੋਰ ਨਿਸ਼ਾਨ ਇਸ ਲਈ ਬਹੁਤ ਬਹੁਤ ਸਭ ਦਾ ਧੰਨਵਾਦ ਸਾਡੇ ਪ੍ਰੈਸ ਦੇ ਰਮਨ ਭਾਜੀ ਦਾ ਔਰ ਇਹਨਾਂ ਦੇ ਸਾਡੇ ਇੰਸਪੈਕਟਰ ਸਾਹਿਬ ਦਾ, ਆਸਾ ਸਿੰਘ ਜੀ ਦਾ। ਭਾਈ ਥੋੜੇ ਹੀ ਆਸਾ ਦੀ ਖਲੋਤੀ ਹੈ, ਸਾਨੂੰ ਵੀ ਆਸਾ ਸਿੰਘ ਦੇ ਤੇ ਆਸਾ ਸਿੰਘ ਦੇ ਸੱਜਣਾ ਮਿੱਤਰਾਂ ਇਤਿਹਾਸ ਹੈ ਔਰ ਦੁਨੀਆ ਆਸ ਤੇ ਟਿਕੀ ਆ। ਬਹੁਤ ਬਹੁਤ ਧੰਨਵਾਦ ਸਭ ਦਾ।